ਜਿੱਤ ਹੋਈ ਆ ਇਤਿਹਾਸਕ। ਜਿਹੜੀ ਸਰਕਾਰ ਨੂੰ ਹੰਕਾਰ ਹੋ ਗਿਆ ਸੀ ਕਿ ਸਾਨੂੰ ਤਾਂ 92 ਸੀਟਾਂ ਪੰਜਾਬ ਦੇ ਵਿੱਚੋਂ ਵਿਧਾਨ ਸਭਾ ਚੋਣਾਂ ਦੀਆਂ ਮਿਲ ਗਈਆਂ ਨੇ ਕਿ ਹੁਣ ਤਾਂ ਸਾਨੂੰ ਕੋਈ ਇੱਥੋਂ ਹਿਲਾ ਨਹੀਂ ਸਕਦਾ। ਪਹਿਲੀ ਚੋਣ ਦੇ ਵਿੱਚ ਹੀ ਕਰਾਰੀ ਹਾਰ ਹੋਈ ਆ। ਦੇਖੋ, ਹੰਕਾਰ ਦਾ ਸਿਰ ਨੀਵਾਂ ਹੁੰਦਾ। ਸਰਕਾਰ ਬਣ ਗਈ, 92 ਸੀਟਾਂ ਲੈ ਗਈ ਜੀ। ਸਰਕਾਰ ਨੂੰ ਤਾਂ ਇਹ ਹੋ ਗਿਆ ਵੀ ਇਹ ਤਾਂ ਜਿੱਤ ਗਏ ਸੀ, ਤਾਂ ਇਹ ਬਾਕੀ ਤਾਂ ਐਵੇਂ ਸੀਗੇ। ਉਹ 92 ਜਿਹੜੇ ਜਿਤਾਤੇ, ਇਹਨਾਂ ਨੂੰ ਇਹ ਪਤਾ ਇਹ ਹੋ ਗਿਆ ਕਿ ਇਹ ਤਾਂ ਸਾਰੇ ਦਾ ਸਾਰਾ ਕਸਮ ਸਾਡਾ ਹੀ ਹੈ, ਸਾਡੇ ਤੇ ਲੋਕਾਂ ਦੀ ਬਹੁਤ ਵੱਡੀ ਭਰੋਸੇਯੋਗਤਾ ਹੈ ਜੀ। ਤੇ ਦਿੱਲੀ ਬੈਠੇ ਬੰਦੇ ਨੂੰ ਵਹਿਮ ਦੀ ਸ਼ਿਕਾਇਤ ਹੋਊਗੀ ਕਿ ਮੈਨੂੰ ਇੱਕ ਰਾਜ ਹੋਰ ਮਿਲ ਗਿਆ। ਹੁਣ ਉਹ ਤੀਜਾ ਰਾਜ ਲੱਭਣ ਨੂੰ ਫਿਰਦਾ, ਚੌਥਾ ਰਾਜ ਲੱਭਣ ਨੂੰ ਫਿਰਦਾ। ਅੱਖ ਤਾਂ ਉਹਦੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਕੁਰਸੀ ਤੇ ਹੈ। ਇਹਨਾਂ ਨੂੰ ਵਹਿਮ ਹੋਇਆ ਔਰ ਇਹ ਬਣਦਿਆਂ ਸਾਰ ਬਦਲ ਗਏ ਜੀ। ਪੰਜਾਬੀ ਦੀ ਇੱਕ ਕਹਾਵਤ ਆ ਕਿ ਅਸੀਂ ਹੁਣ ਉਹ ਨਹੀਂ ਰਹਿ ਗਏ ਜੀ। ਉਸ ਮਾਮਲੇ ਦੇ ਵਿੱਚ ਇਹਨਾਂ ਨੇ ਜਦੋਂ ਬਦਲਾਅ ਆਇਆ, ਲੋਕਾਂ ਨਾਲ ਬਦਲਾਅ ਆ ਗਿਆ। ਜਿਹੜੇ ਵਾਅਦੇ ਕੀਤੇ, ਗਰੰਟੀਆਂ ਕੀਤੀਆਂ, ਉਹ ਤੋਂ ਪਾਸੇ ਇੱਕ ਚੀਜ਼ ਇਹਨਾਂ ਨੇ ਸਭ ਤੋਂ ਕਾਬਲੇ ਤਾਰੀਫ ਕੀਤੀ, ਉਹ ਸੀ ਭ੍ਰਿਸ਼ਟਾਚਾਰ ਵਿਰੁੱਧ ਕਦਮ। ਵੱਡੇ ਵੱਡੇ ਬੰਦਿਆਂ ਨੂੰ ਹੱਥ ਪਾਏ ਜੀ। ਤੇ ਉਹਨਾਂ ਲੋਕਾਂ ਨੂੰ ਜਦੋਂ ਹੱਥ ਪਾਇਆ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਸੀ ਪਾ ਸਕਦਾ, ਉਹ ਹੱਥ ਇਸ ਸਰਕਾਰ ਨੇ ਪਾਏ। ਲੋਕਾਂ ਦਾ ਮੋਹ ਭੰਗ ਹੋ ਗਿਆ ਸਰਕਾਰ ਤੋਂ। 3 ਮਹੀਨੇ ਤਾਂ ਹਨੀਮੂਨ ਪੀਰੀਅਡ ਦੇ ਹੁੰਦੇ ਨੇ ਜੀ। ਇਹਦੇ ਵਿੱਚ ਹੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਹਦੇ ਵਾਸਤੇ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਬਹਿ ਕੇ ਟੇਬਲ ਤੇ ਚਰਚਾ ਕਰਨੀ ਚਾਹੀਦੀ ਹੈ। ਇਹਨਾਂ ਚੋਣਾਂ ਦੇ ਵਿੱਚ ਇੱਕ ਹੋਰ ਚਰਚਾ ਜਿਹੜੀ ਵੱਡੇ ਪੱਧਰ ਤੇ ਚੱਲ ਰਹੀ ਆ, ਕਹਿੰਦੇ ਵੀ ਜਿਹੜੇ ਵਿਧਾਇਕ ਜਿੱਤੇ ਨੇ ਆਮ ਆਦਮੀ ਪਾਰਟੀ ਦੇ, ਉਹ ਕਿਸੇ ਆਮ ਲੋਕਾਂ ਦਾ ਹੁਣ ਫੋਨ ਹੀ ਨਹੀਂ ਚੱਕਦੇ, ਕਹਿੰਦੇ ਮਿਲਦੇ ਨਹੀਂ ਹੈਗੇ। ਤੇ ਦੂਜੀ ਗੱਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਚਰਚਾ ਹੈ ਵੱਡੇ ਪੱਧਰ ਤੇ। ਕਹਿੰਦੇ ਕਿ ਉਹਨਾਂ ਦੇ ਸੁਰੱਖਿਆ ਦਾ ਘੇਰਾ ਬਹੁਤ ਜ਼ਿਆਦਾ ਵੱਧ ਗਿਆ। ਪਹਿਲਾਂ ਆਮ ਲੋਕਾਂ ਨੂੰ ਉਹ ਮਿਲਦੇ ਸੀ, ਘੁਲਦੇ ਮਿਲਦੇ ਸੀ, ਉਹਨਾਂ ਨਾਲ ਗੱਲਬਾਤ ਕਰਦੇ ਸੀ, ਪਰ ਉਹ ਵੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਪਾਉਂਦੀ। ਉਹਦਾ ਵੀ ਵੱਡਾ ਫੈਕਟਰ ਹੈ ਜਿਹੜੇ ਨਾਲ ਚੋਣਾਂ ਦੇ ਵਿੱਚ ਕੰਮ ਕੀਤਾ। ਦੇਖੋ, ਜਦੋਂ ਤੁਸੀਂ ਲੋਕਾਂ ਤੋਂ ਦੂਰ ਜਾਓਗੇ ਤੇ ਲੋਕ ਵੀ ਤੁਹਾਡੇ ਤੋਂ ਦੂਰ ਜਾਣਗੇ। ਤੇ ਜੇ ਲੋਕਾਂ ਦੀਆਂ ਭਾਵਨਾਵਾਂ ਤੇ ਖਰੇ ਉਤਰੋਗੇ ਤੇ ਲੋਕ ਤੁਹਾਨੂੰ ਦੁਬਾਰਾ ਵੀ ਚੁਣ ਦੇਣਗੇ। ਜਿਵੇਂ ਮਾਨ ਸਾਹਿਬ ਨੂੰ ਪਹਿਲਾਂ 14 ਤੋਂ ਬਾਅਦ 19 ਚ ਚੁਣਿਆ, ਤੇ ਜਦੋਂ ਤੁਸੀਂ ਆ 3 ਮਹੀਨੇ ਲੋਕਾਂ ਤੋਂ ਦੂਰ ਹੋ ਗਏ ਤੇ ਵੇਖ ਲਿਆ, ਥੋੜੀ ਚੜ੍ਹਾਈ ਹੋਈ, ਤੁਸੀਂ ਮੁੱਖ ਮੰਤਰੀ ਬਣ ਗਏ ਤੇ ਆਤਿਸ਼ਬਾਜ਼ੀ ਹੈ ਇਹ। ਚੜ੍ਹਾਈ ਹੋਈ ਤੇ ਪਟਾਕਾ ਪਿਆ ਧੜਮ ਥੱਲੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਕੁਲਦੀਪ ਸਿੰਘ ਭੋੜੇ। ਹਫ਼ਤਾਵਾਰੀ ਪ੍ਰੋਗਰਾਮ ਖਬਰ ਤੋੜ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ, ਜਿਸ ਦੇ ਵਿੱਚ ਅਸੀਂ ਹਫ਼ਤੇ ਦੀਆਂ ਖਬਰਾਂ ਦਾ ਜ਼ਿਕਰ ਕਰਾਂਗੇ। ਪਰ ਅੱਜ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਆਏ ਨੇ, ਉਹਨਾਂ ਦਾ ਵੀ ਜਿਹੜਾ ਜ਼ਿਕਰ ਕਰਦਾ ਬਣਦਾ ਏ, ਉਹਦਾ ਜ਼ਿਕਰ ਅਸੀਂ ਕਰਾਂਗੇ। ਤੁਹਾਨੂੰ ਡਿਟੇਲ 'ਚ ਜਾਣਕਾਰੀ ਦੇਵਾਂਗੇ। ਸਾਡੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ, ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ ਹੈ D5। ਸ਼ੁਕਰੀਆ, ਬਹੁਤ ਮਿਹਰਬਾਨੀ ਕੁਲਦੀਪ ਜੀ। ਜੀ ਢਿੱਲੋਂ ਸਾਹਿਬ, ਅੱਜ ਸੰਗਰੂਰ ਦੇ ਲੋਕਾਂ ਨੇ ਇੱਕ ਵਾਰ ਫੇਰ ਇਤਿਹਾਸ ਰਚ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਦੀ ਤਲਵਾਰ ਆ ਜਿਹੜੀ ਝਾੜੂ ਤੇ ਭਾਰੀ ਪਈ ਆ। ਇਹ ਵੀ ਸਿਮਰਨਜੀਤ ਮਾਨ ਦੇ ਸਮਰਥਕ ਵੀ ਕਹਿ ਰਹੇ ਨੇ ਹੁਣ ਤਾਂ ਕਿ ਜਿੱਤ ਹੋਈ ਆ ਇਤਿਹਾਸਕ। ਜਿਹੜੀ ਸਰਕਾਰ ਨੂੰ ਹੰਕਾਰ ਹੋ ਗਿਆ ਸੀ ਕਿ ਸਾਨੂੰ ਤਾਂ 92 ਸੀਟਾਂ ਪੰਜਾਬ ਦੇ ਵਿੱਚੋਂ ਵਿਧਾਨ ਸਭਾ ਚੋਣਾਂ ਦੀਆਂ ਮਿਲ ਗਈਆਂ ਨੇ ਕਿ ਹੁਣ ਤਾਂ ਸਾਨੂੰ ਕੋਈ ਇੱਥੋਂ ਹਿਲਾ ਨਹੀਂ ਸਕਦਾ। ਪਹਿਲੀ ਚੋਣ ਦੇ ਵਿੱਚ ਹੀ ਕਰਾਰੀ ਹਾਰ ਹੋਈ ਆ। ਦੇਖੋ, ਹੰਕਾਰ ਦਾ ਸਿਰ ਨੀਵਾਂ ਹੁੰਦਾ। ਜਿਸ ਵੇਲੇ ਕਿਸੇ ਨੂੰ ਵੀ ਹੰਕਾਰ ਹੋ ਜਾਵੇ, ਉਹ ਸੁਣੀ ਆ ਨਾ ਤੁਸੀਂ ਕੱਛੂ ਕੁੰਮੇ ਦੀ ਤੇ ਖਰਗੋਸ਼ ਦੀ ਕਹਾਣੀ, ਕਿ 2 ਕਿਲੋਮੀਟਰ ਦੀ ਰੇਸ 'ਚ ਪੌਣੇ 2 ਕਿਲੋਮੀਟਰ ਕੱਛੂ ਭੱਜਿਆ, ਆਪਣਾ ਸਾਹਾ ਭੱਜ ਲਿਆ ਤੇ ਉੱਥੇ ਜਾ ਕੇ ਆਰਾਮ ਫਰਮਾਉਣ ਲੱਗ ਗਿਆ। ਬਾਅਦ ਦੇ ਵਿੱਚ ਕੱਛੂ ਆਪਣੀ ਚਾਲ ਚੱਲਦਾ ਚੱਲਦਾ ਨਤੀਜੇ ਤੇ ਪਹੁੰਚ ਕੇ ਜਦੋਂ ਸ਼ਾਮ ਨੂੰ ਉੱਠਿਆ ਕਿ ਮੈਂ ਤਾਂ ਰੇਸ ਵਿੱਚ ਜਾਣਾ ਸੀ, ਤੇ ਉਹਨੇ ਦੇਖਿਆ ਕਿ ਕੱਛੂ ਉੱਥੇ ਪਹਿਲਾਂ ਬੈਠਾ ਜੀ। ਸੋ ਇਹ ਚੀਜ਼ ਪੰਜਾਬ ਦੇ ਵਿੱਚ ਵਾਪਰੀ ਹੈ। ਅਸਲ ਦੇ ਵਿੱਚ ਜਿਹੜੀ 2022 ਦੀ ਵਿਧਾਨ ਸਭਾ ਹੋਈ ਜੀ, ਇਹ ਚੋਣ ਇੱਕ ਬਦਲਾਅ ਨੂੰ ਲੈ ਕੇ ਹੋਈ ਸੀ ਜੀ। 54-55 ਸਾਲਾਂ ਤੋਂ ਪੰਜਾਬ ਦੇ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ, ਅਕਾਲੀ, ਭਾਜਪਾ, ਕਾਂਗਰਸ, ਔਖੇ ਹੋਏ ਵੇ ਸੀ। ਉਹਨਾਂ ਨੂੰ ਕੋਈ ਰਾਹ ਨਹੀਂ ਸੀ ਲੱਭਦਾ।
ਭਗਵੰਤ ਸਿੰਘ ਮਾਨ 2 ਵਾਰੀ ਮੈਂਬਰ ਪਾਰਲੀਮੈਂਟ ਬਣੇ, ਜਿਵੇਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮੁੱਦੇ ਉਠਾਏ ਜੀ, ਉਹਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਵੱਖਰੇ ਕਿਸਮ ਦਾ ਸੀ ਕਿ ਇਹ ਬੰਦਾ ਜੇ ਪੰਜਾਬ ਦਾ ਮੁਖੀ ਬਣ ਜਾਵੇ ਤਾਂ ਕਾਫੀ ਕੁਝ ਕਰ ਸਕਦਾ ਹੈ। ਜੀ, ਜਦੋਂ ਅਸੀਂ ਸੱਤਾ ਚਾਹੁੰਦੇ ਹਾਂ ਤਾਂ ਬਹੁਤ ਸਾਰੇ ਚਾਪਲੂਸ ਲੋਕ ਸਾਡੇ ਪਾਸੇ ਆ ਜਾਂਦੇ ਨੇ। ਭਗਵੰਤ ਮਾਨ ਨੇ ਕੋਈ ਸ਼ੱਕ ਨਹੀਂ ਬੜੇ ਸਵਾਲ ਉਠਾਏ, ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜੀ, ਔਰ ਕਈ ਵਾਰੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਉਹਨਾਂ ਦੀਆਂ ਗੱਲਾਂ ਦੇ ਉੱਤੇ ਹੱਸਣ ਵੀ ਲੱਗ ਜਾਂਦੇ ਸੀ, ਕਈ ਵਾਰੀ ਕਿਸੇ ਕਿਸਮ ਦੇ ਤੰਜ ਵੀ ਕੱਸ ਦਿੰਦੇ ਸੀ ਜੀ। ਭਗਵੰਤ ਸਿੰਘ ਮਾਨ ਬਾਰੇ ਉਹਨਾਂ ਦੇ ਆਪ ਦੇ ਮੈਂਬਰ ਪਾਰਲੀਮੈਂਟ ਹਰਿੰਦਰ ਖਾਲਸਾ ਨੇ ਵੀ ਕੁਝ ਕਹਿਤਾ ਸੀਗਾ ਪਾਰਲੀਮੈਂਟ 'ਚ, ਆਪਾਂ ਛੱਡੋ ਗੱਲ ਨੂੰ। ਤੇ ਸਰਕਾਰ ਬਣ ਗਈ, 92 ਸੀਟਾਂ ਲੈ ਗਈ ਜੀ। ਸਰਕਾਰ ਨੂੰ ਤਾਂ ਇਹ ਹੋ ਗਿਆ ਵੀ ਇਹ ਤਾਂ ਜਿੱਤ ਗਏ ਸੀ, ਤਾਂ ਇਹ ਬਾਕੀ ਤਾਂ ਐਵੇਂ ਸੀਗੇ। ਉਹ ਜਿਹੜੀ ਜਿੱਤ ਹੋਈ ਸੀ ਉਹ ਜਿਹੜੀ ਪਾਰਟੀ ਪੁਰਾਣੀ ਹੈ ਜੀ, ਕਾਂਗਰਸ, ਅਕਾਲੀ, ਭਾਜਪਾ, ਇਹਨਾਂ ਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਇੱਕ ਲਹਿਰ ਬਣ ਗਈ। ਉਹ ਲਹਿਰ ਨੇ ਆਮ ਆਦਮੀ ਪਾਰਟੀ ਦੇ 92 ਬੰਦੇ ਜਿਤਾਤੇ, 25 ਦੂਜੇ ਰਹਿ ਗਏ। ਉਹ 92 ਜਿਹੜੇ ਜਿਤਾਤੇ, ਇਹਨਾਂ ਨੂੰ ਇਹ ਪਤਾ ਇਹ ਹੋ ਗਿਆ ਕਿ ਇਹ ਤਾਂ ਸਾਰੇ ਦਾ ਸਾਰਾ ਕਸਮ ਸਾਡਾ ਹੀ ਹੈ, ਸਾਡੇ ਤੇ ਲੋਕਾਂ ਦੀ ਬਹੁਤ ਵੱਡੀ ਭਰੋਸੇਯੋਗਤਾ ਹੈ ਜੀ। ਤੇ ਦਿੱਲੀ ਬੈਠੇ ਬੰਦੇ ਨੂੰ ਵਹਿਮ ਦੀ ਸ਼ਿਕਾਇਤ ਹੋਊਗੀ ਕਿ ਮੈਨੂੰ ਇੱਕ ਰਾਜ ਹੋਰ ਮਿਲ ਗਿਆ। ਹੁਣ ਉਹ ਤੀਜਾ ਰਾਜ ਲੱਭਣ ਨੂੰ ਫਿਰਦਾ, ਚੌਥਾ ਰਾਜ ਲੱਭਣ ਨੂੰ ਫਿਰਦਾ। ਅੱਖ ਤਾਂ ਉਹਦੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਕੁਰਸੀ ਤੇ ਹੈ ਜੀ। ਇਹਨਾਂ ਨੂੰ ਵਹਿਮ ਹੋਇਆ ਔਰ ਇਹ ਬਣਦਿਆਂ ਸਾਰ ਬਦਲ ਗਏ ਜੀ। ਪੰਜਾਬੀ ਦੀ ਇੱਕ ਕਹਾਵਤ ਆ ਕਿ ਅਸੀਂ ਹੁਣ ਉਹ ਨਹੀਂ ਰਹਿ ਗਏ ਜੀ। ਉਸ ਮਾਮਲੇ ਦੇ ਵਿੱਚ ਇਹਨਾਂ ਨੇ ਜਦੋਂ ਬਦਲਾਅ ਆਇਆ, ਲੋਕਾਂ ਨਾਲ ਬਦਲਾਅ ਆ ਗਿਆ, ਜਿਹੜੇ ਵਾਅਦੇ ਕੀਤੇ, ਗਰੰਟੀਆਂ ਕੀਤੀਆਂ, ਉਹ ਤੋਂ ਪਾਸੇ ਇੱਕ ਚੀਜ਼ ਇਹਨਾਂ ਨੇ ਸਭ ਤੋਂ ਕਾਬਲੇ ਤਾਰੀਫ ਕੀਤੀ, ਉਹ ਸੀ ਭ੍ਰਿਸ਼ਟਾਚਾਰ ਵਿਰੁੱਧ ਕਦਮ। ਵੱਡੇ ਵੱਡੇ ਬੰਦਿਆਂ ਨੂੰ ਹੱਥ ਪਾਏ ਜੀ। ਤੇ ਉਹਨਾਂ ਲੋਕਾਂ ਨੂੰ ਜਦੋਂ ਹੱਥ ਪਾਇਆ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਸੀ ਪਾ ਸਕਦਾ, ਉਹ ਹੱਥ ਇਸ ਸਰਕਾਰ ਨੇ ਪਾਏ ਜੀ। ਤੇ ਸਿਆਸੀ ਲੋਕ ਵੀ ਤੇ ਪ੍ਰਸ਼ਾਸਕ ਲੋਕ ਵੀ ਉਹਦੇ ਵਿੱਚ ਘਿਰੇ। ਜੀ। ਚੋਣ ਐਲਾਨ ਹੋ ਗਿਆ। ਚੋਣ ਐਲਾਨ ਦੇ ਵਿੱਚ ਜਿਹੜੀਆਂ ਪਾਰਟੀਆਂ ਇੱਥੇ ਲੜ ਰਹੀਆਂ ਸੀ, 3, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ। ਉਹਨਾਂ ਨੂੰ ਕੋਈ ਉਮੀਦਵਾਰ ਨਹੀਂ ਲੱਭਿਆ। ਉਹਨਾਂ ਨੇ ਜਾ ਕੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਉਮੀਦਵਾਰ ਬਣਾ ਲਿਆ। ਉਹਨਾਂ ਨੂੰ 9 ਹਲਕਿਆਂ 'ਚੋਂ ਕੋਈ ਉਮੀਦਵਾਰ ਨਹੀਂ ਮਿਲਿਆ ਤੇ ਲੋਕਾਂ ਨੇ ਮਾਂਜ ਤੇ ਸਭ ਤੋਂ ਮਗਰਲੇ ਥਾਂ ਤੇ ਨੇ। ਨੰਬਰ 2 ਤੇ ਆ ਜਾਓ ਅਕਾਲੀ ਭਾਜਪਾ। ਉਹਦੇ ਵਿੱਚ ਕਈ ਸੱਜਣ ਸਾਡੇ ਦੂਜੇ ਪਾਸੋਂ ਵੀ ਨਾਲ ਸ਼ਾਮਲ ਹੋਏ ਜੀ। ਕੈਪਟਨ ਅਮਰਿੰਦਰ ਸਿੰਘ, ਸਰਦਾਰ ਸੁਖਦੇਵ ਸਿੰਘ ਢੀਂਡਸ। ਇਹਨਾਂ ਨੂੰ ਵੋਟ ਮਿਲਦੀ ਹੈ ਸਿਰਫ 66,298 ਤੇ ਅਕਾਲੀਆਂ ਨੂੰ 45,000 ਵੀ ਨਹੀਂ ਮਿਲੀ। 44,428 ਵੋਟਾਂ ਮਿਲੀਆਂ ਉਹਨਾਂ ਨੂੰ ਜੀ। ਫਿਰ ਪਾਰਟੀ ਆ ਗਈ ਤੀਜੇ ਨੰਬਰ ਤੇ ਕਾਂਗਰਸ। ਕਾਂਗਰਸ ਨੂੰ 80,000 ਦੇ ਕਰੀਬ ਵੋਟ ਮਿਲਦੀ ਆ, 79,668। ਉਹਨਾਂ ਦੀ ਕਾਰਗੁਜ਼ਾਰੀ ਦੂਜਿਆਂ ਦੇ ਮੁਕਾਬਲੇ ਚੰਗੀ ਹੈ ਤੇ ਦਲਵੀਰ ਸਿੰਘ ਗੋਲਡੀ ਨੂੰ ਉਹਨਾਂ ਨੇ ਆਪਣਾ ਉਮੀਦਵਾਰ ਬਣਾ ਲਿਆ ਜੀ। ਦੂਜੇ ਨੰਬਰ ਤੇ ਆਉਂਦੀ ਹੈ ਰਾਜ ਕਰਦੀ ਪਾਰਟੀ ਆਮ ਆਦਮੀ ਪਾਰਟੀ। 2,47,332 ਵੋਟਾਂ ਇਹਨਾਂ ਨੂੰ ਮਿਲੀਆਂ ਨੇ ਜੀ। 2.5 ਲੱਖ ਦਾ ਅੰਕੜਾ ਜੇ ਕਿਸੇ ਨੇ ਪਾਰ ਕੀਤਾ ਤੇ ਉਹ ਪਾਰ ਕੀਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਉਹਨਾਂ ਨੂੰ 2,53,000 ਤੇ 154 ਵੋਟਾਂ ਮਿਲੀਆਂ ਨੇ ਜੀ। ਬਾਕੀ 2.5 ਲੱਖ ਦਾ ਅੰਕੜਾ ਕੋਈ ਪਾਰ ਹੀ ਨਹੀਂ ਕਰ ਸਕੀ। ਲੱਖ ਹੀ ਨਹੀਂ ਵਧੇ। ਉਹ ਜੇ ਵਧੇ ਨੇ ਤਾਂ ਗੁਰਮੇਲ ਸਿੰਘ ਘਰਾਚੋਂ। ਇਹ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਸਰਕਾਰਾਂ, ਜਨਤਾ ਜਦੋਂ ਕਿਸੇ ਚੀਜ਼ ਨੂੰ ਸਿਰ ਤੇ ਚੱਕਦੀ ਹੈ ਉਹ ਉਹਨੂੰ ਬਹੁਤ ਉੱਚੇ ਲੈ ਜਾਂਦੀ ਹੈ ਜੀ। ਇਨਫਿਨਿਟੀ ਦੇ ਮਾਮਲੇ 'ਚ ਕਿਹਾ ਜਾਂਦਾ ਸੀ ਕਿ 0 ਜੇ ਸਿਰ ਤੇ ਚੱਕ ਲਵੇ ਤਾਂ ਬਹੁਤ ਉੱਚੇ ਲੈ ਜਾਂਦੀ ਹੈ ਤੇ ਜੇ ਹੇਠਾਂ ਬਹਿ ਜਾਵੇ ਤਾਂ ਉਹਨੂੰ ਵੀ 0 ਕਰ ਦਿੰਦੀ ਹੈ। ਸੋ ਇਹ ਸਰਕਾਰ 3 ਮਹੀਨਿਆਂ ਦੇ ਪਹਿਲੇ ਇਮਤਿਹਾਨ ਦੇ ਵਿੱਚ ਹੀ ਬੁਰੀ ਤਰ੍ਹਾਂ ਫੇਲ ਹੋ ਗਈ। ਜੀ। ਸਰਕਾਰ ਦੇ ਪੱਲੇ
ਇਹ ਸਥਿਤੀ ਦੇ ਵਿੱਚ ਉਦੋਂ ਜਦੋਂ ਬਜਟ ਸੈਸ਼ਨ ਚੱਲ ਰਿਹਾ ਹੈ, ਇਹ ਚੋਣ ਆਈ, ਸਰਕਾਰ ਨੂੰ ਅੱਜ ਆਪ ਦਾ ਲੇਖਾ ਜੋਖਾ ਕਰਨਾ ਪਊਗਾ ਜੇ ਕੱਲ੍ਹ ਨੂੰ ਬਜਟ ਸੈਸ਼ਨ ਦੇ ਵਿੱਚ ਜਵਾਬ ਦੇਣਾ ਹੈ ਕਿ ਕਿਉਂ ਉਹਨਾਂ ਦੀ ਇਹ ਸਥਿਤੀ ਹੋਈ। 3 ਮਹੀਨਿਆਂ ਦੇ ਵਿੱਚ ਕਿਉਂ ਲੋਕਾਂ ਦਾ ਮੋਹ ਭੰਗ ਹੋ ਗਿਆ ਸਰਕਾਰ ਤੋਂ। 3 ਮਹੀਨੇ ਤਾਂ ਹਨੀਮੂਨ ਪੀਰੀਅਡ ਦੇ ਹੁੰਦੇ ਨੇ ਜੀ, ਇਹਦੇ ਵਿੱਚ ਹੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਹਦੇ ਵਾਸਤੇ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਬਹਿ ਕੇ ਟੇਬਲ ਤੇ ਚਰਚਾ ਕਰਨੀ ਚਾਹੀਦੀ ਹੈ ਕਿ ਕਿਧਰੇ ਇਹ ਸਥਿਤੀ ਹੋਈ ਤਾਂ ਕਿਉਂ ਹੋਈ। ਇਸ ਕਰਕੇ ਅੱਜ ਸੰਗਰੂਰ ਦੇ ਲੋਕਾਂ ਨੇ ਰੂਟੀਨ ਵਾਂਗੂ ਇਤਿਹਾਸ ਰਚਤਾ ਤੇ ਫਿਰ ਇੱਕ ਇਤਿਹਾਸ ਉਹੀ ਰਚਤਾ ਕਿ ਜਿਹਦੀ ਸਰਕਾਰ ਹੁੰਦੀ ਹੈ ਮੈਂਬਰ ਪਾਰਲੀਮੈਂਟ ਉਸ ਤੋਂ ਦੂਜਾ ਚੁਣਦੇ ਨੇ। ਇਹ 99 ਤੋਂ ਪਿਰਤ ਚੱਲੀ ਵੀ ਹੈ, 99 ਤੋਂ ਲੈ ਕੇ ਅੱਜ 22 ਹੋ ਗਿਆ, 23 ਸਾਲਾਂ ਦੇ ਵਿੱਚ ਇਹ ਪਿਰਤ ਬਦਲੀ ਨਹੀਂ। 99 ਦੇ ਵਿੱਚ ਸਰਕਾਰ ਬਾਦਲ ਸਾਹਿਬ ਦੀ ਤੇ ਮਾਨ ਸਾਹਿਬ ਬਣੇ ਸੀ, 4 ਦੇ ਵਿੱਚ ਸਰਕਾਰ ਕੈਪਟਨ ਦੀ ਤੇ ਢੀਂਡਸਾ ਸਾਹਿਬ ਬਣੇ, 9 ਦੇ ਵਿੱਚ ਸਰਕਾਰ ਬਾਦਲ ਸਾਹਿਬ ਦੀ ਵਿਜੇਂਦਰ ਸਿੰਗਲਾ ਬਣੇ, 14 ਦੇ ਵਿੱਚ ਸਰਕਾਰ ਬਾਦਲ ਸਾਹਿਬ ਦੀ ਤੇ ਬਣੇ ਭਗਵੰਤ ਸਿੰਘ ਮਾਨ, 19 ਦੇ ਵਿੱਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਤੇ ਬਣੇ ਭਗਵੰਤ ਸਿੰਘ ਮਾਨ ਤੇ ਹੁਣ ਸਰਕਾਰ ਭਗਵੰਤ ਸਿੰਘ ਮਾਨ ਦੀ ਤੇ ਲੋਕਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੁਣਤਾ ਜੀ। ਢਿੱਲੋਂ ਸਾਹਿਬ 3 ਸ਼ਖਸੀਅਤਾਂ ਉਹ ਹੋ ਗਈਆਂ ਜੀ ਜਿਹਦਾ 2 ਵਾਰੀ ਇੱਥੋਂ ਜਿੱਤ ਗਈਆਂ, 99 ਤੇ 2004 ਨਾ ਆਪਣਾ ਇਹ ਹੋਣ ਵਾਲਾ 23 ਜੀ ਸਰਦਾਰ ਸਿਮਰਨਜੀਤ ਸਿੰਘ ਮਾਨ 22 ਦੇ ਵਿੱਚ, 14 ਤੇ 19 ਸਰਦਾਰ ਸਿਮਰਨਜੀਤ ਸਿੰਘ ਮਾਨ। ਇਸ ਤੋਂ ਪਹਿਲਾਂ 2 ਵਾਰੀ ਸਰਦਾਰ ਭਾਨ ਸਿੰਘ ਭੌਰਾ CPI ਦੇ ਉਮੀਦਵਾਰ ਸੀਗੇ, ਉਹ ਸੰਗਰੂਰ ਲੋਕ ਸਭਾ ਦੀ ਨੁਮਾਇੰਦਗੀ ਕਰ ਚੁੱਕੇ ਜੀ। ਢਿੱਲੋਂ ਸਾਹਿਬ ਇਹਨਾਂ ਚੋਣਾਂ ਦੇ ਵਿੱਚ ਇੱਕ ਹੋਰ ਚਰਚਾ ਜਿਹੜੀ ਵੱਡੇ ਪੱਧਰ ਤੇ ਚੱਲ ਰਹੀ ਆ, ਕਹਿੰਦੇ ਵੀ ਜਿਹੜੇ ਵਿਧਾਇਕ ਜਿੱਤੇ ਨੇ ਆਮ ਆਦਮੀ ਪਾਰਟੀ ਦੇ, ਉਹ ਕਿਸੇ ਆਮ ਲੋਕਾਂ ਦਾ ਹੁਣ ਫੋਨ ਹੀ ਨਹੀਂ ਚੱਕਦੇ, ਕਹਿੰਦੇ ਮਿਲਦੇ ਨਹੀਂ ਹੈਗੇ। ਤੇ ਦੂਜੀ ਗੱਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਚਰਚਾ ਹੈ ਵੱਡੇ ਪੱਧਰ ਤੇ, ਕਹਿੰਦੇ ਕਿ ਉਹਨਾਂ ਦੇ ਸੁਰੱਖਿਆ ਦਾ ਘੇਰਾ ਬਹੁਤ ਜ਼ਿਆਦਾ ਵੱਧ ਗਿਆ। ਪਹਿਲਾਂ ਆਮ ਲੋਕਾਂ ਨੂੰ ਉਹ ਮਿਲਦੇ ਸੀ, ਘੁਲਦੇ ਮਿਲਦੇ ਸੀ, ਉਹਨਾਂ ਨਾਲ ਗੱਲਬਾਤ ਕਰਦੇ ਸੀ, ਪਰ ਉਹ ਵੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਪਾਉਂਦੀ। ਉਹਦਾ ਵੀ ਵੱਡਾ ਫੈਕਟਰ ਹੈ ਜਿਹੜੇ ਨਾਲ ਚੋਣਾਂ ਦੇ ਵਿੱਚ ਕੰਮ ਕੀਤਾ। ਦੇਖੋ, ਜਦੋਂ ਤੁਸੀਂ ਲੋਕਾਂ ਤੋਂ ਦੂਰ ਜਾਓਗੇ ਤੇ ਲੋਕ ਵੀ ਤੁਹਾਡੇ ਤੋਂ ਦੂਰ ਜਾਣਗੇ ਜੀ। ਗੁਰਦਾਸ ਮਾਨ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਹੈ, ਕਹਿੰਦਾ ਹੱਸੋਗੇ ਤੇ ਲੋਕ ਤੁਹਾਡੇ ਨਾਲ, ਰੋਵੋਗੇ ਤੇ ਲੋਕ ਤੁਹਾਡੇ ਤੋਂ ਦੂਰ ਨੱਸਣਗੇ, ਹੈ ਨਾ ਜੀ। ਤੇ ਜੇ ਤੁਸੀਂ ਰੋਵੋਗੇ ਤਾਂ ਇਹ ਲੋਕ ਤੁਹਾਡੇ ਤੋਂ ਦੂਰ ਹੁੰਦੇ ਚਲੇ ਜਾਣਗੇ, ਹੱਸੋਗੇ ਤੇ ਲੋਕ ਤੁਹਾਡੇ ਨਾਲ ਹੱਸਣਗੇ, ਇਹ ਉਹ ਕਿਹਾ ਗਿਆ। ਜਦੋਂ ਦੇਖੋ, ਇਹ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਇਹ ਰਾਜੇ ਮਹਾਰਾਜੇ ਕਿਸੇ ਮਾਤਾ ਦੇ ਕਿਸੇ ਔਰਤ ਦੇ ਪੇਟ ਚੋਂ ਪੈਦਾ ਨਹੀਂ ਹੁੰਦੇ ਜੀ, ਲੋਕ ਚੁਣਦੇ ਨੇ। ਤੇ ਜੇ ਲੋਕਾਂ ਦੀਆਂ ਭਾਵਨਾਵਾਂ ਤੇ ਖਰੇ ਉਤਰੋਗੇ ਤੇ ਲੋਕ ਤੁਹਾਨੂੰ ਦੁਬਾਰਾ ਵੀ ਚੁਣ ਦੇਣਗੇ। ਜਿਵੇਂ ਮਾਨ ਸਾਹਿਬ ਨੂੰ ਪਹਿਲਾਂ 14 ਤੋਂ ਬਾਅਦ 19 ਚ ਚੁਣਿਆ, ਤੇ ਜਦੋਂ ਤੁਸੀਂ ਆ 3 ਮਹੀਨੇ ਲੋਕਾਂ ਤੋਂ ਦੂਰ ਹੋ ਗਏ ਤੇ ਵੇਖ ਲਿਆ, ਤੁਹਾਡੀ ਚੜ੍ਹਾਈ ਹੋਈ, ਤੁਸੀਂ ਮੁੱਖ ਮੰਤਰੀ ਬਣ ਗਏ, ਬਿਲਕੁਲ। ਤੇ ਆਤਿਸ਼ਬਾਜ਼ੀ ਹੈ, ਇਹ ਚੜ੍ਹਾਈ ਹੋਈ ਤੇ ਪਟਾਕਾ ਪਿਆ ਧੜਮ ਥੱਲੇ। ਤੇ ਜੇ ਅਜੇ ਵੀ ਨਾ ਸੰਭਲੇ, ਅਜੇ ਅਗਲੀਆਂ ਚੋਣਾਂ ਬਹੁਤ ਪਈਆਂ ਨੇ, ਲੋਕਾਂ ਨੇ ਉਹ ਦੇਖਣਾ। ਇਸ ਕਰਕੇ ਸੰਭਲ ਜਾਓ, ਕੰਧ ਤੇ ਲਿਖਿਆ ਪੜੋ ਤੇ ਲੋਕਤੰਤਰ ਹੈ, ਲੋਕਾਂ ਦੇ ਵਿੱਚ ਆ ਜਾਓ। ਜੇ ਲੋਕਾਂ ਵਿੱਚ ਨਹੀਂ ਆਓਗੇ ਤਾਂ ਲੋਕਾਂ ਨੇ ਫਿਰ ਸਬਕ ਸਿਖਾ ਦੇ, ਵੱਡੇ ਵੱਡਿਆਂ ਨੂੰ ਸਿਖਾਤਾ। ਆ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਨਾ ਅਸੀਂ ਤਾਂ ਇੱਥੇ 10 ਸਾਲਾਂ ਤੋਂ ਬਾਅਦ ਹੀ ਉਹ ਕੁਰਸੀ ਵੱਲ ਨੂੰ ਉਹਨਾਂ ਦਾ ਮੂੰਹ ਵੀ ਨਹੀਂ ਹੋਣ ਦਿੰਦੇ ਜੀ। ਪਹਿਲੀ ਵਾਰ 15 ਤੇ ਮਾਰੇ ਚੱਕ ਕੇ 25 ਸਾਲ ਵਾਲੇ, ਦੂਜੀ ਵਾਰ 3 ਤੇ ਰਹਿ ਗਏ। ਤੇ ਐਕਤੀ ਆ ਸੰਗਰੂਰ ਦੀ ਲੋਕ ਸਭਾ ਦੇ ਵਿੱਚ 9 ਹਲਕਿਆਂ ਦੇ ਵਿੱਚੋਂ ਵੋਟ ਪੈਂਦੀ ਆ ਉਹਨਾਂ ਨੂੰ 44,000, 5,000 ਇੱਕ ਹਲਕੇ ਚੋਂ, 9-5 45 ਜੀ। ਤੇ ਉਹ ਸਥਿਤੀ ਅੱਜ ਦੂਜਿਆਂ ਪ੍ਰਤੀ ਕਰਨ, ਸੋਚਣ ਦਾ ਵੇਲਾ ਹੈ। ਸਾਰੀਆਂ ਰਾਜਸੀ ਪਾਰਟੀਆਂ ਨੂੰ ਆਪੋ ਆਪਣੀ ਤੇ ਮਾਨ ਸਾਹਿਬ ਨੂੰ ਵੀ ਇਸ ਵੇਲੇ ਸਭ ਤੋਂ ਵੱਧ ਸੋਚਣ ਦਾ ਵੇਲਾ ਹੈ ਕਿ ਲੋਕਾਂ ਨੇ ਉਹਨਾਂ ਦੇ ਵਿੱਚ ਫਤਵਾ ਦਿੱਤਾ ਹੈਗਾ। ਤੇ ਹੁਣ ਮਾਨ ਸਾਹਿਬ ਜਿਹੜੇ ਧਾਰਮਿਕ ਆਗੂ ਵਜੋਂ ਵੀ ਜਾਣੇ ਜਾਂਦੇ ਨੇ, ਤੇ ਜਿਹੜੀਆਂ ਸਾਡੀਆਂ 2011 ਤੋਂ 11 ਸਾਲ ਹੋ ਗਏ ਚੋਣਾਂ ਨਹੀਂ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਜੀ, ਤੇ ਮੈਨੂੰ ਲੱਗਦਾ ਕਿ ਮਾਨ ਸਾਹਿਬ ਹੁਣ ਉਸ ਪਾਸੇ ਵੱਲ ਵੀ ਤੁਰਨਗੇ ਤੇ ਪੰਜਾਬ ਦੇ ਲੋਕਾਂ ਨੇ ਉਸ ਪਾਸੇ ਵੱਲ ਮਾਨ ਸਾਹਿਬ ਦੇ ਪਿੱਛੇ ਲੱਗ ਜਾਣਾ ਹੈ। ਜੀ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਅੱਜ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ। ਨਾਮੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ, ਉਹਨਾਂ ਦਾ ਜਿਹੜਾ ਗਾਣਾ ਸੀ SYL ਬੀਤੇ ਦਿਨੀ ਰਿਲੀਜ਼ ਹੋਇਆ ਸੀ, ਜਿਸ ਦੇ ਵਿੱਚ SYL ਦਾ ਜ਼ਿਕਰ ਹੁੰਦਾ,
ਪੰਜਾਬ ਦੇ ਹਿੱਸੇ ਨੇ ਜਿਹੜੇ ਰਹੇ ਨੇ ਹਿਮਾਚਲ ਹਰਿਆਣਾ ਉਹਨਾਂ ਦਾ ਜ਼ਿਕਰ ਹੁੰਦਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜਾਂਦਾ, ਭਾਈ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਕੀਤੀ ਜਾਂਦੀ ਹੈ, ਪਰ ਭਾਰਤ ਸਰਕਾਰ ਨੇ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਨੇ ਪਹਿਲਾਂ ਵੀ ਕਈ ਮਾਮਲਿਆਂ ਦੇ ਉੱਤੇ ਪਾਬੰਦੀ ਲਾਈ ਹੈ ਜੀ। ਇਹ ਨਿਊਟਨ ਦਾ ਤੀਜਾ ਲਾ ਚੱਲਦਾ ਨਹੀਂ ਹੁੰਦਾ, ਤੁਸੀਂ ਕਿਸੇ ਚੀਜ਼ ਨੂੰ ਜਿੰਨਾ ਦਬਾਓਗੇ ਉਹ ਉਸ ਤੋਂ ਦੁੱਗਣੇ ਜ਼ੋਰ ਦੇ ਨਾਲ ਬਾਹਰ ਨਿਕਲਦਾ ਹੈ। ਸੋ ਮੇਰੀ ਸਿਨਮਰ ਬੇਨਤੀ ਹੈ ਸਾਡੇ ਇਹਨਾਂ ਆਗੂਆਂ ਨੂੰ ਕਿ ਇਸ ਤਰ੍ਹਾਂ ਲੋਕ ਭਾਵਨਾਵਾਂ ਨਾਲ ਜੇ ਖਿਲਵਾੜ ਕਰੋਗੇ ਉਹ ਉਨਾ ਹੀ ਜ਼ਿਆਦਾ ਵੱਧ ਹੈ। ਜਿਹੜੇ ਲਿਟਰੇਚਰ ਤੇ ਪਿਛਲੇ ਸਮੇਂ ਦੇ ਵਿੱਚ ਇਹ ਪਾਬੰਦੀ ਲਾਉਂਦੇ ਹੁੰਦੇ ਸੀ ਉਹ ਲੁਕਵੇਂ ਰੂਪ ਦੇ ਵਿੱਚ ਉਦੋਂ ਜ਼ਿਆਦਾ ਵਿਕ ਜਾਂਦਾ ਸੀ। ਤੁਸੀਂ ਯਾਦ ਕਰੋ ਜਦੋਂ ਗਦਰ ਅਖਬਾਰ ਨਿਕਲਦਾ ਹੁੰਦਾ ਸੀ, ਸਰਾਭਾ ਸਾਹਿਬ ਤੇ ਹੋਰ ਕੱਢਦੇ ਸੀ ਜੀ, ਉਹਦੀ ਜਿੰਨੀ ਸਰਕਾਰ ਪਾਬੰਦੀ ਲਾਉਂਦੀ ਸੀ ਉਹ ਉਦੋਂ ਵੱਧ ਗਿਣਤੀ ਦੇ ਵਿੱਚ ਚੱਲਦਾ ਸੀ। ਐਮਰਜੈਂਸੀ ਵੇਲੇ ਵੀ ਖਬਰਾਂ ਤੇ ਬੈਨ ਲੱਗਦਾ ਸੀ, ਬਾਅਦ ਦੇ ਵਿੱਚ ਲੋਕਾਂ ਦੀ ਕਿਉਰਿਓਸਿਟੀ ਹੁੰਦੀ ਸੀ ਕਿ ਉਹ ਪਤਾ ਤਾਂ ਕਰੀਏ ਵੀ ਕਿਹੜੀ ਖਬਰ ਹੈ ਜਿਹੜੀ ਬੈਨ ਕਰ ਦਿੱਤੀ ਗਈ ਹੈ। ਸੋ ਜਿੰਨੀ ਕਿਸੇ ਚੀਜ਼ ਤੇ ਪਾਬੰਦੀ ਲਾਉਂਗੇ ਉਹਦਾ ਪਸਾਰ ਉਸ ਤੋਂ ਦੁੱਗਣੀ ਦਰ ਦੇ ਨਾਲ ਹੋਇਆ ਕਰਦਾ ਜੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਨੇ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਏ ਨੇ, ਗ੍ਰਿਫਤਾਰ ਕੀਤੇ ਨੇ, ਪਰ ਪੰਜਾਬ ਪੁਲਿਸ ਤੋਂ ਪਹਿਲਾਂ ਦਿੱਲੀ ਪੁਲਿਸ ਕਾਰਵਾਈ ਕਰਨੇ ਬੜੀ ਚੁਸਤੀ ਦੇ ਨਾਲ, ਬੜੀ ਹੀ ਫੁਰਤੀ ਦੇ ਨਾਲ ਕੰਮ ਕੀਤਾ ਜਾਂਦਾ। ਤੁਸੀਂ ਇਹ ਗੱਲ ਦੇਖੋ ਕਿ ਜਦੋਂ ਪਹਿਲੀ ਗੱਲ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਜਾਣ ਵਾਸਤੇ ਕਿੱਡਾ ਪਾਪੜ ਵੇਲਣੇ ਪਏ। ਇਹਨਾਂ ਦਾ ਕੋਈ ਨੁਮਾਇੰਦਾ ਉਹਦੇ ਸੰਸਕਾਰ ਤੇ ਨਹੀਂ ਜਾ ਸਕਿਆ ਜੀ। ਜੇ ਬਾਅਦ ਦੇ ਵਿੱਚ ਵੀ ਗਏ ਤਾਂ ਬਹੁਤ ਵੱਡੀ ਪੱਧਰ ਤੇ ਵਿਰੋਧਤਾ ਹੋਈ। ਔਰ ਤੁਸੀਂ ਮਾਨ ਸਾਹਿਬ ਦੀ ਇਸ ਚੋਣ ਦੇ ਵਿੱਚ ਜਿੱਤ ਹੋਈ ਹੈ, ਇਹਦੇ ਵਿੱਚ ਨੌਜਵਾਨੀ ਦਾ ਬਹੁਤ ਵੱਡੀ ਭੂਮਿਕਾ ਹੈ। ਬਿਲਕੁਲ ਬਿਲਕੁਲ। ਤੇ ਜਿਨ੍ਹਾਂ ਨੇ ਇਹਨੂੰ ਜਿੱਤ ਬਦਲਣ ਦੇ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਉਹ ਸੀ ਸਾਡੇ ਨੌਜਵਾਨ ਜੀ। ਸੋ ਇਹ ਜਿਹੜੇ ਨੌਜਵਾਨਾਂ ਨੇ ਉੱਥੇ ਕੰਮ ਕਰਕੇ ਦਿਖਾਇਆ। ਤੇ ਦੂਜਾ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ, ਪੰਜਾਬ ਦੇ ਉੱਤੇ ਕਦੇ ਵੀ ਮੂਸੇਵਾਲੇ ਪਰਿਵਾਰ ਨੇ ਪੰਜਾਬ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਵਿਸ਼ਵਾਸ ਪ੍ਰਗਟ ਨਹੀਂ ਕੀਤਾ। ਕਾਰਨ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਜੀ। ਉਸ ਤੋਂ 3 ਦਿਨ ਪਹਿਲਾਂ ਉਹਦੀ ਸੁਰੱਖਿਆ ਵਾਪਸੀ ਨਹੀਂ ਲਈ, ਲੋਕਾਂ ਦੇ ਵਿੱਚ ਇਸ਼ਤਿਹਾਰ ਛਾਪਤਾ ਕਿ ਆਹ ਬੰਦਿਆਂ ਦੀ ਅਸੀਂ ਵਾਪਸ ਲੈ ਲਈ ਹੈ। ਇਹਦਾ ਲੋਕਾਂ ਦੇ ਵਿੱਚ ਬਹੁਤ ਵੱਡਾ ਵਿਰੋਧ ਹੋਇਆ ਵੀ ਜੇ ਸੁਰੱਖਿਆ ਕਰਮਚਾਰੀ ਪੂਰੀ ਤਰ੍ਹਾਂ ਹੁੰਦੇ ਤਾਂ ਸ਼ਾਇਦ ਸਿੱਧੂ ਮੂਸੇਵਾਲੇ ਨਾਲ ਆਹ ਘਟਨਾਕ੍ਰਮ ਨਾ ਵਾਪਰਦਾ, ਉਹ ਨੌਜਵਾਨ ਸਾਡੇ 'ਚ ਹੁੰਦਾ। ਪਰ परमात्मा करे कराए आपे आप मानस के किश नहीं आथ, कहते मरण लिखाए मंडल में आए। सो है ना, जिउना झूठ मरना सच। मतलब जदों कोई बंदा पैदा होंदा उहदी मौत अटल सच्चाई है वो आउंदी है। तुसीं याद करो मुकद्दर का सिकंदर दा वो गीत जिहदे विच अमिताभ बच्चन कहंदा हैगा, जिंदगी तो बेवफा है एक दिन ठुकराएगी, मौत महबूबा है अपने साथ लेकर जाएगी जी। सो मौत ने आउणी ही आउणा है, हर बंदे दा निर्धारित है, किसी दा कदों किसी दा कदों किसी दा कदों जी। सो तुसीं जे इस गल दे विच जाओ, ਉਹ ਭਾਵੇਂ ਨਿਰਧਾਰਤ ਸੀ ਪਰ ਉਹਨੇ ਇਹਨੂੰ ਜਿਤਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ। ਉਹਨਾਂ ਦੇ ਪਰਿਵਾਰ ਨੇ ਪਹਿਲਾਂ ਹੀ ਕਹਿਤਾ ਸੀ ਕਿ ਸਾਨੂੰ ਪੰਜਾਬ ਸਰਕਾਰ ਤੇ ਰੱਤਾ ਪਰ ਭਰੋਸਾ ਨਹੀਂ। ਬਿਲਕੁਲ। ਫਿਰ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਚੰਡੀਗੜ੍ਹ ਆਉਂਦੇ ਆ ਤਾਂ ਉਹਦੇ ਪਿਤਾ ਸ਼੍ਰੀ, ਉਹਦੇ ਮਾਤਾ, ਦੋਨੋਂ ਜਣੇ ਬਲਕੌਰ ਸਿੰਘ ਹੋਰੀ ਤੇ ਮਾਤਾ ਚਰਨ ਕੌਰ ਉੱਥੇ ਮਿਲ ਕੇ ਆਉਂਦੇ ਨੇ। ਉਹ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਕਿਸੇ ਜੱਜ ਤੋਂ ਕਰਾਈ ਦਿੱਤੀ ਜਾਵੇ। ਉਹਦਾ ਹਾਈ ਕੋਰਟ ਦੇ ਜਿਹੜੇ ਸਾਡੇ ਰਵੀ ਸ਼ੰਕਰ ਝਾਜ ਸਾਹਿਬ ਨੇ, ਮੁੱਖ ਜੱਜ ਨੇ, ਉਹਨਾਂ ਨੇ ਜਵਾਬ ਦਿੱਤਾ ਸੀ ਕਿ ਸਾਡੇ ਕੋਲ ਜੱਜਾਂ ਦੀ ਘਾਟ ਆ, ਜੇ ਅਸੀਂ ਜੱਜ ਇਸ ਕੰਮ ਤੇ ਲਾਤੇ ਤੇ ਜਿਹੜਾ ਸਾਡਾ ਕੰਮ ਹੈ ਇਨਸਾਫ ਦੇਣਾ ਉਹਦੇ ਵਿੱਚ ਬਹੁਤ ਦੇਰ ਹੋ ਜਾਵੇਗੀ, ਉਹ ਕੰਮ ਹੋ ਨਹੀਂ ਸਕੇਗਾ, ਉਹਦਾ ਇਧਰਲੇ ਪਾਸੇ ਸਮਾਂ ਲੱਗ ਜਾਵੇਗਾ। ਤਾਂ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਕਿਸੇ ਕੇਂਦਰੀ ਏਜੰਸੀ ਤੋਂ ਕਰਾਓ। ਮੇਰਾ ਖਿਆਲ ਉਹਦੇ ਵਿੱਚ ਅਮਿਤ ਸ਼ਾਹ ਹੋਰਾਂ ਨੇ ਕੁਝ ਏਜੰਸੀਆਂ ਦਾ ਉੱਥੇ ਡਿਊਟੀ ਲਾਈ ਔਰ ਉਹ ਕਾਮਯਾਬ ਵੀ ਹੋ ਗਏ ਜੀ। ਉਹਨਾਂ ਨੇ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਬੰਦੇ ਚੱਕ ਲਏ, ਪਤਾ ਵੀ ਲਾ ਲਿਆ ਵੀ ਕੌਣ-ਕੌਣ ਇਹਦੇ ਵਿੱਚ ਸ਼ਾਮਲ ਹੈ, ਪਰ ਅਜੇ ਹਥਿਆਰਾਂ ਦੀ ਜਿਹੜੀ ਹੈ ਰਿਕਵਰੀ ਉਹ ਨਹੀਂ ਹੋਈ। ਜੇ ਹਥਿਆਰਾਂ ਦੀ ਰਿਕਵਰੀ ਹੋ ਜਾਂਦੀ, ਉਹਦੀਆਂ ਗੋਲੀਆਂ ਦਾ ਮਿਲਾਨ ਹੋ ਜਾਂਦਾ ਤਾਂ ਕਾਤਲਾਂ ਨੂੰ ਸਜ਼ਾ ਦਿਵਾਉਣੀ ਸੌਖੀ ਹੋ ਜਾਂਦੀ ਸੀ ਜੀ। ਉਹ ਅਜੇ ਨਹੀਂ ਹੋਈ। ਪਰ ਇਹ ਸਾਰੇ ਕਹਿ ਰਹੇ ਕਿ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਨੂੰ 14 ਦਿਨ ਉਹਨਾਂ ਨੇ ਰਿਮਾਂਡ ਤੇ ਰੱਖਿਆ। ਜਦੋਂ ਉਹਨਾਂ ਨੇ ਸਾਰਾ ਕੁਝ, ਜਿਵੇਂ ਜਦੋਂ ਭਾਖੜਾ ਨਹਿਰ ਨਿਕਲੀ ਸੀ ਨਾ, ਉਦੋਂ ਇਹ ਕਹਿੰਦੇ ਹੁੰਦੇ ਸੀਗੇ ਕਿ
ਭਾਖੜਾ ਦਾ ਪਾਣੀ ਦਾ ਛੱਡਤਾ, ਬਿਜਲੀ ਕੱਢ ਲਈ ਵਿੱਚੋਂ, ਕਾਮਰੇਡਾਂ ਦਾ ਨਾਰਾ ਹੁੰਦਾ ਸੀ ਜੀ। ਤੇ ਉਵੇਂ ਜਿਵੇਂ ਉਹ 14 ਦਿਨਾਂ 'ਚ ਸਾਰਾ ਕੁਝ ਪਹਿਲਾਂ ਕੱਢ ਗਏ, ਇਹਨਾਂ ਦੇ ਕੋਲੇ ਤਾਂ ਫਿਰ ਪਾਣੀਓਂ ਆਇਆ ਸੀਗਾ। ਗਾਹਾਂ ਕੀ ਤੋਰਿਆ ਕੀ ਨਹੀਂ ਤੋਰਿਆ, ਮੈਂ ਸਮਝਦਾ ਕਿ ਜਿਹੜੀ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਇਹਨਾਂ ਦਾ ਜਿਹੜਾ ਆਪਸੀ ਤਾਲਮੇਲ ਹੈ ਇਹ ਹੋਰ ਵਧਾਉਣ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਲੋੜ ਹੈ ਕਿ ਇਹਨਾਂ ਦੀਆਂ ਬਾਗਾਂ ਕਸਣ। ਜਿਹੜੇ ਇਹਨਾਂ ਨੇ ਨਿਯੁਕਤੀਆਂ ਕੀਤੀਆਂ, ਕਮਿਸ਼ਨਰ ਲਾਏ, SSP ਲਾਏ, ਉਹ ਸਾਰੇ ਦੇ ਸਾਰੇ ਗੈਰ ਪੇਸ਼ਾਵਰ ਲੋਕ ਲਾਏ ਹੋਏ ਨੇ, ਬਹੁਤ ਗਿਣਤੀ। ਕੱਲ OP ਸੋਨੀ ਸਾਹਿਬ ਨੇ ਕਿਹਾ ਸੀ ਕਿ ਗੈਰ ਪੇਸ਼ੇਵਰ ਲੋਕ ਸਰਕਾਰ ਚਲਾ ਰਹੇ ਨੇ ਜੀ, ਤੇ ਉਹਦੀ ਜਲੂਸ ਉਦੋਂ ਨਿਕਲਦਾ ਨਜ਼ਰ ਆਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਚੋਣ ਕਮਿਸ਼ਨ ਨੂੰ ਚਿੱਠੀ ਲਿਖਾਤੀ ਕਿ 1 ਘੰਟੇ ਦਾ ਸਮਾਂ ਦਿੱਤਾ ਜਾਵੇ ਜੀ ਸਾਡੇ। ਤਾਂ ਇਹਦੇ ਕਰਕੇ ਹੁਣ ਇਹੀ ਕਹਿਣਗੇ ਕਿ ਗਰਮੀ ਸੀ, ਉਧਰੋਂ ਜਿਹੜਾ ਝੋਨੇ ਦਾ ਸੀਜ਼ਨ ਸੀ, ਜਿਹਦੇ ਕਰਕੇ ਇਹ ਆ ਨਾ ਉੱਠਣ ਸਕਾਂ ਫਿੱਟੇ ਮੂੰਹ ਗੋਡਿਆਂ ਦੇ ਅਸਲੀ ਕਾਰਨ ਲੱਭਣ ਦੀ ਜ਼ਰੂਰਤ ਹੈ। ਸੋ ਇਹਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਪੁਲਿਸ ਦੀ ਕਿਰਕਰੀ ਹੋਈ ਹੈ। ਦਿੱਲੀ ਪੁਲਿਸ ਨੇ ਇਸ ਕੇਸ ਨੂੰ ਸਿਰੇ ਲਾਉਣ ਦੇ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਅਗਨੀਪਥ ਸਕੀਮ ਦੇ ਤਹਿਤ 3 ਜਿਹੜੀਆਂ ਫੌਜਾਂ ਨੇ ਭਾਰਤ ਦੀਆਂ, ਉਹਨਾਂ ਦੇ ਤਹਿਤ ਭਰਤੀ ਕੀਤੀ ਜਾ ਰਹੀ ਆ, ਪਰ ਪੂਰੇ ਭਾਰਤ ਦੇ ਵਿੱਚ ਇਸ ਸਕੀਮ ਦਾ ਵਿਰੋਧ ਵੀ ਹੋਇਆ। ਕਈ ਥਾਵਾਂ ਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਗੱਡੀਆਂ ਸਾੜ ਦਿੱਤੀਆਂ ਗਈਆਂ, ਰੇਲ ਗੱਡੀਆਂ ਤੱਕ ਅੱਗ ਲਗਾ ਦਿੱਤੀ ਗਈ। ਵਿਰੋਧ ਵੱਡੇ ਪੱਧਰ ਤੇ ਹੋਇਆ, ਪਰ ਜਿਹੜੇ ਭਾਰਤੀ ਸੈਨਾ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਇਸ ਸਕੀਮ ਨੂੰ ਅਸੀਂ ਵਾਪਸ ਨਹੀਂ ਲਵਾਂਗੇ, ਇਸ ਦੇ ਤਹਿਤ ਹੀ ਅਸੀਂ ਭਰਤੀ ਕਰਾਂਗੇ ਨੌਜਵਾਨਾਂ। ਦੇਖੋ, ਪਹਿਲਾਂ ਜਿਹੜੀਆਂ ਸੁਰੱਖਿਆ ਕਈ ਚੀਜ਼ਾਂ ਹੁੰਦੀਆਂ ਸੀ, ਕੇਂਦਰ ਦੇ ਮਹਿਕਮੇ, CBI, NIA, ਆਮਦਨ ਕਰ ਜੀ, ED, ਇਹ ਸਾਰੇ ਉਹ ਵਿਭਾਗ ਸੀ ਜਿਹੜੇ ਇੰਡੀਪੈਂਡੈਂਟ ਆਜ਼ਾਦੀ ਤੌਰ ਤੇ ਕੰਮ ਕਰਦੇ ਸੀ ਜੀ। ਪਰ ਪਿਛਲੇ ਕੁਝ ਸਮੇਂ ਤੋਂ ਇਹ ਸਰਕਾਰਾਂ ਦੇ ਐਡੇ ਕੁ ਚਹੇਤੇ ਬਣ ਗਏ ਨੇ। ਜਿਹੜੀ ਸਰਕਾਰ ਹੁੰਦੀ ਹੈ, ਜੇ ਹੁਣ ਸਰਕਾਰ ਆ ਕਹਿੰਦੇ ਭਗਵੇਂ ਪਾਈ ਫਿਰਦੇ ਨੇ। ਅਕਾਲੀਆਂ ਦੀ ਸਰਕਾਰ ਆਉਂਦੀ ਹੈ ਤਾਂ ਇਹ ਕਹਿੰਦੇ ਸੀ ਬਗਲੇ ਬਣ ਜਾਂਦੇ ਆ, ਨੀਲੇ ਬਗਲੇ ਚਿੱਟੇ ਮੋਰ। ਤੇ ਜਦੋਂ ਕਾਂਗਰਸ ਦੀ ਹੁੰਦੀ ਸੀ ਫਿਰ ਇਹ ਮੋਰ ਬਣ ਨਾ, ਅਕਾਲੀਆਂ ਵੇਲੇ ਇਹ ਮੋਰ ਤੇ ਕਾਂਗਰਸੀਆਂ ਵੇਲੇ ਬਗਲੇ ਬਣ ਜਾਂਦੇ ਆ ਚਿੱਟੇ ਪਾ ਕੇ। ਇਹਨਾਂ ਨੂੰ ਆਜ਼ਾਦ ਰਹਿਣਾ ਚਾਹੀਦਾ ਤਾਂ ਲੋਕਾਂ ਦੇ ਹਿੱਤ ਦੇ ਵਿੱਚ ਹੈ। ਤੇ ਹੁਣ ਫੌਜ ਵਾਲੇ ਵੀ ਇਹਨਾਂ ਦੀ ਬੋਲੀ ਬੋਲਣ ਲੱਗ ਗਏ। ਅਗਨੀਪਥ ਜਿਹੜਾ ਇਹ ਯੋਜਨਾ ਹੈਗੀ ਹੈ, 4 ਸਾਲ ਤੁਸੀਂ ਰੱਖੋ, ਉਦੋਂ ਬਾਅਦ ਰਿਟਾਇਰ ਕਰ ਦਿਓ। 17 ਸਾਲ ਦਾ ਭਰਤੀ ਕਰਨਾ, 21 ਸਾਲ ਦਾ ਰਿਟਾਇਰ। ਤੇ ਜੇ ਕੋਈ ਪੁੱਛੇ, ਕੋਈ ਸਾਕ ਕਰਾਉਣ ਵਾਲਾ ਆਵੇ ਕਿ ਮੁੰਡਿਆ ਤੂੰ ਦੱਸ ਮਾੜੀ ਮੋਟੀ ਆਪਦੀ ਗੱਲ ਕਿ ਮੁੰਡਾ ਕਰਦਾ ਕੀ ਹੈ ਜੀ ਤੁਹਾਡਾ, ਉਹ ਕਹਿੰਦੇ ਜੀ 21 ਸਾਲਾਂ ਦਾ ਹੋ ਗਿਆ, ਰਿਟਾਇਰ ਹੋ ਗਿਆ। ਤੇ ਵਿਆਹ ਵਾਲੀ ਉਮਰ 21 ਸਾਲ ਹੈ ਜੀ ਭਾਰਤ ਦੇ ਕਾਨੂੰਨ ਮੁਤਾਬਕ। ਸੋ ਇਹਦੇ ਤੇ ਉਹਨਾਂ ਨੇ ਬੜਾ ਕਹਿ ਦਿੱਤਾ ਇਹ ਗਲਤ ਹੈ, ਇਹਦੇ ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ। ਤੁਸੀਂ ਨੌਜਵਾਨਾਂ ਨੂੰ ਨਾ ਭੜਕਾਓ। ਪਹਿਲਾਂ ਤੁਸੀਂ ਕਿਸਾਨੀ ਦੇ ਨਾਲ ਅੱਗ ਲਾਈ ਤੇ ਉਹ ਕਾਨੂੰਨ ਹੱਥ ਕੇ ਥੁੱਕ ਕੇ ਚੱਟਣਾ ਪਿਆ, ਵਾਪਸ ਲੈਣੇ ਪਏ। ਹੁਣ ਵੀ ਤੁਸੀਂ ਜੇ ਇਹਨੂੰ ਵਿਰੋਧਤਾ ਬਹੁਤ ਵੱਡੀ ਪੈਦਾ ਕਰਤੀ, ਪਰ ਦੂਜੇ ਪਾਸੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਆਹ ਧਮੱਚੜ ਨਾ ਪਾਓ ਕਿ ਤੁਸੀਂ ਸਰਕਾਰੀ ਜਾਇਦਾਦਾਂ ਦਾ ਨੁਕਸਾਨ ਪਹੁੰਚਾ ਰਹੇ ਹੋ। ਇਹ ਖਤਰਨਾਕ ਹੈ, ਮਾੜਾ ਹੈ, ਨਹੀਂ ਹੋਣਾ ਚਾਹੀਦਾ। ਤੇ ਦੂਜੇ ਪਾਸੇ ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਹੈਗਾ, ਉਹਨਾਂ ਨੇ ਕਹਿਤਾ ਕਿ ਰਕੇਸ਼ ਟਕੈਤ ਸਾਹਿਬ ਨੇ ਅਸੀਂ ਇਹਦੀ ਹਮਾਇਤ ਕਰਾਂਗੇ। ਕਾਂਗਰਸ ਵੀ ਕਰਦੀ ਹੈ, ਦੂਜੇ ਵੀ ਕਰਦੇ ਹੈ। ਤੇ 4 ਲੱਖ ਟਰੈਕਟਰ ਫੇਰ ਦੁਬਾਰਾ ਦਿੱਲੀ ਦੇ ਬਾਰਡਰਾਂ ਵੱਲ ਨੂੰ ਵੀ ਹੀਰਾ ਕੱਤਣ ਵਾਸਤੇ ਤਿਆਰ ਖੜਾ ਹੈ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਦਾ ਪਹਿਲਾ ਬਜਟ ਇਜਲਾਸ ਸ਼ੁਰੂ ਹੋਇਆ ਪਿਆ, ਇਜਲਾਸ ਚੱਲ ਰਿਹਾ, ਪੇਸ਼ ਹੋ ਜਾਣਾ। ਕੀ ਲੱਗਦਾ ਪੰਜਾਬ ਦੇ ਲੋਕਾਂ ਨੂੰ ਕੋਈ ਤੋਹਫੇ ਮਿਲਣਗੇ? ਕਿਉਂਕਿ ਸਰਕਾਰ ਅਕਸਰ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ। ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਸੀ, ਉਹ ਪੂਰੀਆਂ ਲੱਗਦਾ ਹੋਣਗੀਆਂ? ਪਹਿਲੀ ਗੱਲ ਤਾਂ ਇਹ ਸਥਿਤੀ ਹੈਗੀ ਹੈ ਜੀ ਕਿ ਘਰ ਦਾਣੇ ਨੀਮਾ ਪੀਣ ਚੱਲੀ ਹੈ। ਮੇਰਾ ਖਿਆਲ ਇਹ ਗਰੰਟੀਆਂ ਦੇਣ ਤੋਂ ਪਹਿਲਾਂ ਜੇ ਭਗਵੰਤ ਸਿੰਘ ਮਾਨ ਇਸ ਗੱਲ ਤੇ ਜ਼ੋਰ ਲਾ ਲੈਂਦੇ ਜੀ ਕਿ ਅਸੀਂ ਖਜ਼ਾਨੇ ਦੇ ਵਿੱਚ 4 ਰੁਪਏ ਇਕੱਠੇ ਕਰਨੇ ਨੇ, ਇਹ 3-4 ਮਹੀਨੇ 6 ਮਹੀਨੇ ਉਹਦੇ ਲਈ ਕਦਮ ਚੱਕੇ ਜਾਂਦੇ। ਕਹਿ ਰਹੇ ਨੇ ਕੁਝ ਕਦਮ ਚੱਕੇ ਨੇ ਕਿ 8 ਕਰੋੜ ਰੁਪਈਆ ਸਿਰਫ ਸਰਕਾਰ ਨੇ, ਕੈਪਟਨ ਦੀ ਨੇ ਮਾਈਨਿੰਗ ਦੇ ਵਿੱਚ ਇਕੱਠਾ ਕੀਤਾ, ਅਸੀਂ 30 ਕਰੋੜ ਇਕੱਠਾ ਕਰਤਾ, ਚੰਗੀ ਗੱਲ ਹੈਗੀ। ਇਸੇ ਤਰ੍ਹਾਂ ਜਿਹੜਾ ਬਿਜਲੀ ਚੋਰੀ ਦਾ 1200 ਕਰੋੜ ਤੁਰਿਆ ਫਿਰਦਾ ਹੈ। ਬਿਜਲੀ ਸਬਸਿਡੀਆਂ ਨੇ ਜਿਹੜੀਆਂ ਉਹ ਬਹੁਤ ਵੱਡੀ ਪੱਧਰ ਤੇ ਹੋ ਜਾਣਗੀਆਂ। ਖੇਤੀ ਸਬਸਿਡੀ 7000 ਕਰੋੜ ਹੈ ਤੇ ਜਿਵੇਂ ਇਹਨਾਂ ਨੇ ਗਰੰਟੀਆਂ ਦੇ ਰਹੀਆਂ ਨੇ ਉਹਦੇ ਨਾਲ 13000 ਕਰੋੜ ਦਾ ਬੋਝ ਪੈ ਜਾਊਗਾ, ਭਾਵ ਦੁੱਗਣਾ ਬੋਝ ਪੈ ਜਾਊਗਾ। ਤੇ ਸਰਕਾਰੀ ਮਹਿਕਮੇ ਵੱਲ 2800 ਕਰੋੜ ਰੁਪਇਆ ਬਿਜਲੀ ਬੋਰਡ ਦਾ ਖੜਾ ਹੈ ਜੀ। 1200 ਕਰੋੜ ਦੀ ਬਿਜਲੀ ਚੋਰੀ ਖੜੀ ਹੈ ਤੇ ਬਿਜਲੀ ਬੋਰਡ ਚੱਲੂਗਾ ਕਿਵੇਂ? ਬਿਲਕੁਲ, ਕਿਵੇਂ ਚਲਾਉਣਾ ਸੀ ਬਿਜਲੀ ਬੋਰਡ ਨੂੰ? ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਗੱਲ ਹੈ। ਮੈਂ ਮਹਿਸੂਸ ਕਰਦਾ ਕਿ ਸਰਕਾਰ
ਅੱਗਾ ਦੌੜ ਪਿੱਛਾ ਚੌੜ ਨਾ ਕਰੇ। ਆ ਨਤੀਜਾ ਇਹਨਾਂ ਦੇ ਸਾਹਮਣੇ ਆ ਗਿਆ। ਜੇ ਕਿਰਪਾ ਕਰੇ ਥੋੜ੍ਹਾ ਜਿਹਾ ਪਹਿਲਾਂ ਖਜ਼ਾਨੇ ਦੀ ਮਜ਼ਬੂਤੀ ਵਾਲੇ ਪਾਸੇ ਕਦਮ ਚੱਕਣ, ਫੇਰ ਰਹਿਤਾਂ ਦੇਣ ਦਾ ਵਕਤ ਹੈਗਾ। ਬਥੇਰੀਆਂ ਪਹਿਲਾਂ ਨੇ ਦੇ ਲਈਆਂ। ਜੇ ਉਸੇ ਕਦਮ ਤੇ ਚੱਲੋਗੇ ਤੇ ਇੱਕ ਸਰਕਾਰ ਦੀ ਜਿਹੜੀ ਮਾਲਾ ਹੈਗੀ ਉਹਦੇ ਵਿੱਚ ਤੁਹਾਡਾ ਨਾਂ ਵੀ ਉੱਥੇ ਹੀ ਲਿਖਿਆ ਜਾਊਗਾ ਜਿੱਥੇ ਦੂਜਿਆਂ ਦਾ ਲਿਖਿਆ ਗਿਆ। ਜੇ ਨਿਵੇਕਲਾ ਕਰਨਾ ਚਾਹੁੰਦੇ ਹੋ ਤਾਂ ਕੁਝ ਨਾ ਕੁਝ ਸਾਨੂੰ ਸਖਤ ਕਦਮ ਲੈਣੇ ਪੈਣਗੇ। 24 ਘੰਟੇ ਇਹ ਮੁਕਤਖੋਰੀ ਦੀ ਸਿਆਸਤ ਨਾ ਕਰੋ, ਇਹ ਮੁਕਤਖੋਰੀ ਨਾ ਲਿਆਓ। ਇਹ ਮੁਕਤਖੋਰੀ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਇਹ ਮੁਕਤਖੋਰੀ ਛੱਡ ਕੇ ਪੰਜਾਬ ਨੂੰ ਪੈਰਾਂ ਸਿਰ ਖੜੇ ਕਰਨ ਵਾਲੀ ਕੋਈ ਗੱਲਬਾਤ ਕਰੋ। ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਸੁਣ ਰਹੇ ਸੀ। ਅਗਲੇ ਹਫਤੇ ਅਸੀਂ ਨਵੇਂ ਮੁੱਦੇ ਲੈ ਕੇ, ਨਵੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।